ਧੰਨ ਵਾਹਿਗੁਰੂ ਸਾਹਿਬ ਜੀ। ਕਲ ਆਈ ਕੁੱਤੇ ਮੋਹੀ, ਖਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕੁਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਤ ਮੁਖੋਂ ਉਲਾਈ। ਚੇਲੇ ਸਾਜ ਵਜਾਏ ਦੇ, ਨੱਚਣ ਗੁਰੂ ਬਹੁਤ ਬਿਦ ਭਾਈ। ਚੇਲੇ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ। ਕਾਜੀ ਹੋਏ ਰਿਸਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੈ ਦਾਮ ਖੇਤੋ, ਭਾਵੈ ਆਏ ਕਥਾਊ ਜਾਈ। ਵਰਤਿਆ ਪਾਪ ਸਬਸ ਜਗ ਮਾਹੀ, ਵਰਤਿਆ ਪਾਪ ਸਬਸ ਜਗ ਮਾਹੀ। ਧੰਨ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਪਿਆਰ ਦੇ ਨਾਲ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੀ ਦੁਰਦਸ਼ਾ ਦਾ ਵਰਣਨ ਬਹੁਤ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਰ ਦਿੱਤਾ ਹੈ। ਆਪਣੀ ਸੁਰਤ ਵਿੱਚੋਂ ਉੱਠੇ ਹੋਏ ਕੁਝ ਬੋਲ ਆਪਣੀ ਕਲਮ ਦੇ ਨਾਲ ਲਿਖ ਦਿੱਤੇ ਨੇ, ਜਿਹਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਖਿਤਾਬ ਮਿਲਿਆ ਹੈ, ਬਾਣੀ ਦਾ ਖਿਤਾਬ ਮਿਲਿਆ ਹੈ। ਇਸ ਬਾਣੀ ਦੀ ਵਡਿਆਈ ਨੂੰ ਬੜਾ ਸੰਭਾਲ ਕੇ ਵਿਦਵਾਨਾਂ ਨੇ ਰੱਖਿਆ ਹੈ। ਇਸ ਬਾਣੀ ਨੂੰ ਗੁਰੂ ਸਾਹਿਬਾਂ ਦੇ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਕੀਰਤਨ ਕਰਨਾ, ਕਥਾ ਵਿਚਾਰਾ ਕਰਨੀਆਂ ਦੀ ਮਾਨਤਾ ਦੇ ਦਿੱਤੀ ਸੀ। ਇਸ ਭਾਰਤ ਦੀ ਦੁਰਦਸ਼ਾ ਨੂੰ ਭਾਈ ਸਾਹਿਬ ਜੀ ਨੇ ਬਹੁਤ ਸਮਾਂ ਪਹਿਲਾਂ ਬਿਆਨ ਕੀਤਾ ਹੈ। ਉਸ ਸਮੇਂ ਵੀ ਇੱਥੋਂ ਇਸ ਵਿਚਾਰ ਚੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਦਸ਼ਾ ਅੱਜ ਵਾਪਰ ਰਹੀ ਹੈ, ਬਹੁਤ ਲੰਬਾ ਸਮਾਂ ਪਹਿਲਾਂ ਉਹ ਇਹ ਦਸ਼ਾ ਉਦੋਂ ਵੀ ਸੀ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕਹਿਣੇ ਪਏ ਬਾਬਰ ਵਰਗੇ ਜਾਬਰਾਂ ਨੂੰ, ਰਾਜੇ ਸਿੱਹ ਮੁਕੱਦਮ ਕੁੱਤੇ। ਇਹ ਲਫ਼ਜ਼ ਸਾਹਿਬਾਂ ਨੇ ਉਸ ਵੇਲੇ ਕਹੇ ਜਦੋਂ ਬਾਬਰ ਨੇ ਬਹੁਤ ਜ਼ਿਆਦਾ ਜ਼ੁਲਮ ਇਸ ਭਾਰਤ ਦੇ ਅੰਦਰ ਕੀਤਾ ਸੀ। ਭਾਈ ਸਾਹਿਬ ਜੀ ਦੇ ਬਚਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਦੋਂ ਪ੍ਰਜਾ ਦਾ ਵੀ ਇਹੀ ਹਾਲ ਸੀ ਜਿਵੇਂ ਅੱਜ। ਜਿੱਥੇ ਅਸੀਂ ਬਾਦਸ਼ਾਹਾਂ ਦਾ ਗੁਨਾਹ ਕੱਢਦੇ ਹਾਂ, ਰਾਜਿਆਂ ਰਜਵਾੜਿਆਂ ਦਾ ਗੁਨਾਹ ਕਰਦੇ ਹਾਂ, ਉਹਨਾਂ ਫਨਕਾਰਾਂ ਦਾ ਗੁਨਾਹ ਕੱਢਦੇ ਹਾਂ, ਉੱਥੇ ਭਾਈ ਸਾਹਿਬ ਜੀ ਨੇ ਪ੍ਰਜਾ ਨੂੰ ਵੀ ਨਾਲ ਹੀ ਰੱਖ ਲਿਆ। ਅੱਜ ਵੀ ਜੇ ਅਸੀਂ ਕਿਸੇ ਪ੍ਰਧਾਨ ਮੰਤਰੀ ਦੀ ਚੋਣ ਕਰਦੇ ਹਾਂ ਤੇ ਅਸੀਂ ਆਪਣੇ ਵਰਗਾ ਹੀ ਲੱਭਦੇ ਹਾਂ, ਮੈਂ ਮੇਰੀ ਵਾਲੇ ਪਾਸੇ ਤੁਰਦੇ ਹਾਂ। ਅੱਜ ਵੀ ਉਹ ਹਾਲ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮੰਨਿਆ।
ਇੱਕ ਗੁਰਬਾਣੀ ਰੋਸ਼ਨੀ ਦਾ ਕ੍ਰਿਸ਼ਮਾ ਹੈ। ਗੁਰਬਾਣੀ ਦੇ ਪ੍ਰਕਾਸ਼ ਵਿੱਚ ਤੁਰਨ ਵਾਲਾ ਮਨੁੱਖ ਬਹੁਤ ਭੁਲੇਖੇ ਜ਼ਿੰਦਗੀ ਦੇ ਵਿੱਚੋਂ ਕਲੀਅਰ ਕਰਕੇ ਅੱਗੇ ਲੰਘ ਜਾਂਦਾ ਹੈ। ਉਹਨੂੰ ਜ਼ਿੰਦਗੀ ਦੀ ਮੰਜ਼ਿਲ ਲੱਭ ਜਾਂਦੀ ਹੈ। ਉਹ ਜ਼ਿੰਦਗੀ ਦੀ ਉਸ ਮੁਕੰਮਲ ਮੰਜ਼ਿਲ ਦੇ ਉੱਤੇ ਚੱਲ ਕੇ ਆਪਣੇ ਇਸ ਸੋਹਣੇ ਜੀਵਨ ਦੇ ਵਾਸਤੇ ਅੱਛਾ ਮੁਕਾਮ ਹਾਸਲ ਕਰ ਲੈਂਦਾ ਹੈ। ਭਾਈ ਸਾਹਿਬ ਜੀ ਦੇ ਬੋਲ ਹੈ, ਕੱਲ ਆਈ ਕੁੱਤੇ ਮੋਹੀ, ਖਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ, ਖੇਤ ਕੋ ਖਾਈ। ਆਪਾਂ ਇਸ ਸ਼ਬਦ ਨੂੰ ਪਹਿਲਾਂ ਸਰਵਣ ਕੀਤਾ ਹੈ। ਸੰਸਾਰ ਦੀ ਦੁਰਦਸ਼ਾ ਇਸ ਭਿਆਨਕ ਕਲਯੁੱਗ ਦੇ ਯੁੱਗ ਵਿੱਚ ਸਾਰੇ ਹੀ ਲੋਕਾਂ ਦੀ ਹੋ ਗਈ, ਤੇ ਅੱਜ ਵੀ ਵੇਖ ਸਕਦੇ ਹਾਂ ਜੋ ਬਚਨ ਭਾਈ ਸਾਹਿਬ ਜੀ ਨੇ ਕਹੇ ਨੇ, ਜੋ ਬਚਨ ਮੇਰੇ ਸਾਹਿਬਾਂ ਨੇ ਕਹੇ ਨੇ, ਉਹ ਸੱਚ ਨੇ। ਵਿਦਵਾਨਾਂ ਦੇ ਕਥਨ ਮੁਤਾਬਕ ਸੰਸਾਰ ਦੇ ਅੰਦਰੋਂ ਪ੍ਰਜਾ ਨੂੰ ਕਦੇ ਸੁੱਖ ਮਿਲਣ ਦੀ ਆਸ ਹੈ। ਜਿਸ ਦੇਸ਼ ਵਿੱਚ ਬੈਠ ਕੇ ਸਾਡੇ ਪਕੰਬਰਾਂ ਨੇ ਬਾਣੀ ਉਚਾਰੀ, ਕੁਰਬਾਨੀਆਂ ਕੀਤੀਆਂ, ਧਰਮ ਦੀ ਗੱਲ ਕੀਤੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਵਾਲੀ ਗੱਲ ਕੀਤੀ, ਜਿੱਥੇ ਅਦਾਲਤ ਦੀ ਗੱਲ ਕੀਤੀ ਉੱਥੇ ਅਦਲ ਦੀ ਗੱਲ ਕੀਤੀ, ਅਦਾਲਤ ਦੇ ਵਿੱਚੋਂ ਇਨਸਾਫ ਮਿਲਣਾ ਚਾਹੀਦਾ ਹੈ। ਪਰ ਅੱਜ ਜਿਸ ਦੇਸ਼ ਨੂੰ ਅਸੀਂ ਗੁਰੂਆਂ ਦੀ, ਮਹਾਂਪੁਰਸ਼ਾਂ ਦੀ ਬੰਦਗੀ ਕਰਨ ਵਾਲੇ ਉਹਨਾਂ ਮਹਾਨ ਪੁਰਸ਼ਾਂ ਦੀ ਗੱਲ ਕਰਦੇ ਹਾਂ ਕਿ ਉਸ ਧਰਤੀ ਦੇ ਉੱਤੇ ਐਸੇ ਵੱਡੇ ਮਹਾਨ ਬੰਦਗੀ ਵਾਲੇ ਮਿਲੇ, ਇਸ ਪ੍ਰਜਾ ਨੂੰ ਵੱਡੀਆਂ ਕੁਰਬਾਨੀਆਂ ਵਾਲੇ ਪੈਦਾ ਹੋਏ ਪ੍ਰਜਾ ਨੂੰ ਮਿਲੇ, ਉਸ ਧਰਤੀ ਦੇ ਉੱਤੇ ਕਲਯੁੱਗ ਦਾ ਪਹਰਾ ਹਮੇਸ਼ਾ ਜ਼ਿਆਦਾ ਰਿਹਾ। ਧਰਤੀ ਨੇ ਰੱਬ ਦੇ ਬੰਦਿਆਂ ਦੀ ਕੀਤੀ ਬੰਦਗੀ ਜਿਹੜੀ ਹੈ ਉਹ ਕਿਉਂ ਨਹੀਂ ਪ੍ਰਵਾਨੀ? ਉੱਥੇ ਕਿਉਂ ਜ਼ਿਆਦੇ ਨਾਸਤਕ ਪੈਦਾ ਹੁੰਦੇ ਨੇ ਇਸ ਧਰਤੀ ਤੇ, ਜਿਸ ਧਰਤੀ ਤੇ ਆਪਾਂ ਬੈਠ ਕੇ ਗੱਲ ਕਰਦੇ ਹਾਂ। ਇੱਥੇ ਸੰਤਾਂ ਦੀ ਤੁਹੀਨ ਹੋਈ, ਧਰਮ ਗ੍ਰੰਥਾਂ ਦੀ ਤੁਹੀਨ ਹੋਈ, ਇੱਥੇ ਇਮਾਨਦਾਰੀ ਨੂੰ ਸੱਟ ਵੱਜੀ, ਇੱਥੇ ਬਹੁਤੇ ਧੋਖੇਬਾਜ਼ ਲੋਕ ਪੈਦਾ ਹੋਏ ਜਿਨ੍ਹਾਂ ਨੇ ਧਰਮ ਦੀਆਂ ਖਿੜਕੀਆਂ ਨੂੰ ਹਿਲਾ ਕੇ ਰੱਖ ਦਿੱਤਾ, ਜਿਨ੍ਹਾਂ ਨੇ ਧਰਮ ਅਸਥਾਨਾਂ ਦੀ ਬੇਅਦਬੀ ਕੀਤੀ, ਧਰਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਗੀਤਾ ਕੁਰਾਨ ਸ਼ਰੀਫ ਦੀ ਬੇਅਦਬੀ ਉਸ ਧਰਤੀ ਤੇ ਹੋਈ। ਉੱਥੇ ਨਾਸਤਕਾਂ ਦਾ ਬੋਲਬਾਲਾ ਹਮੇਸ਼ਾ ਜ਼ਿਆਦਾ ਰਿਹਾ। ਕਿਉਂ ਹੋਇਆ? ਜੇ ਰਾਜਿਆਂ ਦੇ ਅੰਦਰ ਪਾਪ ਹੈ, ਜਿਹੜੇ ਰਾਜੇ ਪ੍ਰਜਾ ਨੇ ਚੁਣੇ ਹੈ, ਤੇ ਉਹ ਪ੍ਰਜਾ ਰਾਜਿਆਂ ਨੂੰ, ਅੰਨਿਆਂ ਨੂੰ ਚੁਣਦੀ ਹੈ, ਲਾਲਚੀ ਲੋਕਾਂ ਨੂੰ ਚੁਣਦੀ ਹੈ। ਕਿਉਂ? ਪ੍ਰਜਾ ਵਿੱਚ ਵਿਗਾੜ। ਭਾਈ ਸਾਹਿਬ ਜੀ ਕਹਿੰਦੇ ਨੇ ਮੁੱਢਲਾ ਤੋਂ ਆਇਆ, ਕੱਲਾ ਰਾਜਾ ਨਾ ਪ੍ਰਜਾ ਕੁਛ ਨਹੀਂ ਕਰ ਸਕਦੀ। ਸਾਡੀ ਫਿਕਰ ਹੈ, ਅਸੀਂ ਆਪਣੇ ਹੱਥੀਂ ਰਾਜਿਆਂ ਨੂੰ ਚੁਣਦੇ ਹਾਂ ਤੇ ਫਿਰ ਉਹਨਾਂ ਦੀ ਨਿੰਦਿਆ ਕਰਦੇ ਹਾਂ, ਤੇ ਰਾਜਿਆਂ ਤੋਂ ਸਾਨੂੰ ਨਿਆਂ ਨਹੀਂ ਮਿਲਦਾ, ਤੇ ਰਾਜੇ ਵੀ ਫਿਰ ਸਾਨੂੰ ਨਿਆਂ ਨਹੀਂ ਦਿੰਦੇ। ਉਲਟਾ ਇਸ ਪ੍ਰਜਾ ਤੇ ਔਰ ਪ੍ਰਜਾ ਦੇ ਚੁਣੇ ਹੋਏ ਜੁਰਮ ਕਰਦੇ ਨੇ। ਕਾਲੇ ਆਈ ਕੁੱਤੇ ਮੋਹੀ, ਖਾਜ ਹੋਇਆ ਮੁਰਦਾਰ ਗੁਸਾਈ। ਲਾਲਚੀ ਹੈ, ਕਲਯੁੱਗ ਦਾ ਸਮਾਂ ਹੈ। ਇਸ ਪ੍ਰਜਾ ਦਾ ਖਾਣਾ ਮੁਰਦਾਰ ਬਣ ਗਿਆ, ਭਾਵ ਕਿ ਪਰਾਇਆ ਹੱਕ, ਪਰਾਇਆ ਧਨ, ਪਰਾਇਆ ਤਨ ਇਸ ਦਾ ਖਾਸ ਬਣ ਗਿਆ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਜਦੋਂ
ਪ੍ਰਜਾ ਦੀ ਦਸ਼ਾ ਇਹ ਹੋਈ ਤੇ ਰਾਜੇ, ਫਿਰ ਆਪਾਂ ਰਾਜਿਆਂ ਦੀ ਗੱਲ ਕਰੀਏ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਅੰਨਿਆਂ ਨੇ ਅੰਨਿਆਂ ਦੀ ਚੋਣ ਕੀਤੀ, ਚੋਰਾਂ ਨੇ ਚੋਰ ਦੀ ਚੋਣ ਕੀਤੀ, ਲਾਲਚੀਆਂ ਨੇ ਲਾਲਚੀ ਦੀ ਚੋਣ ਕੀਤੀ, ਧੋਖੇਬਾਜ਼ ਲੋਕਾਂ ਨੇ ਧੋਖੇਬਾਜ਼ਾਂ ਨੂੰ ਲੱਭ ਕੇ ਲਿਆਂਦਾ ਤੇ ਉਹਨਾਂ ਨੂੰ ਦੇਸ਼ ਦੇ ਮਾਲਕ ਬਣਾਇਆ। ਜਿਸ ਧਰਤੀ ਨੂੰ ਅਸੀਂ ਗੁਰੂਆਂ ਦੀ ਧਰਤੀ, ਪੀਰਾਂ ਪਕੰਬਰਾਂ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ, ਨਾਮ ਜਪਣ ਵਾਲੇ ਨਾਮੀ ਰਸੀਆਂ ਦੀ ਧਰਤੀ ਕਹਿੰਦੇ ਆ, ਉੱਥੇ ਚੋਣ ਚੋਰਾਂ ਨੇ ਚੋਰਾਂ ਦੀ ਕੀਤੀ, ਠੱਗਾਂ ਨੇ ਠੱਗਾਂ ਦੀ ਕੀਤੀ, ਬੇਈਮਾਨ ਲੋਕਾਂ ਨੇ ਬੇਈਮਾਨਾਂ ਦੀ ਚੋਣ ਕੀਤੀ। ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਦੋਹਾਂ ਨੂੰ ਬਰਾਬਰ ਤੇ ਰੱਖ ਲਿਆ ਇੱਥੇ ਭਾਈ ਸਾਹਿਬ ਨੇ, ਬਖਸ਼ਿਆ ਨਹੀਂ ਕਿਸੇ ਨੂੰ ਵੀ। ਜਦੋਂ ਸਾਡਾ ਕੋਈ ਪ੍ਰਚਾਰਕ ਕਿਸੇ ਦੂਸਰੇ ਧਰਮ ਦੀ ਗੱਲ ਕਰਦਾ ਹੈ ਨਾ, ਤੇ ਅਸੀਂ ਬੜੀਆਂ ਅੱਖਾਂ ਘੇੜ ਕੇ ਵੇਖਦੇ ਹਾਂ। ਹੁਣ ਆਨੰਦ ਆਵੇਗਾ, ਇਹ ਦੂਸਰੇ ਧਰਮ ਦੀ ਕੋਈ ਮਾੜੀ ਗੱਲ ਸਾਨੂੰ ਛੁਡਾਵੇਗਾ। ਕੱਲ ਆਈ ਕੁੱਤੇ ਮੋਹੀ ਖਾਜ ਹੋਇਆ ਮੁਰਦਾਰ ਗੁਸਾਈ, ਇਹਦੇ ਵਿੱਚੋਂ ਇਹ ਵੀ ਬਿਆਨ ਦਾ ਸਾਨੂੰ ਉੱਤਰ ਮਿਲਦਾ ਹੈ। ਭਾਈ ਸਾਹਿਬ ਜੀ ਨੇ ਸਾਡੀ ਅੰਦਰਲੀ ਦਸ਼ਾ ਨੂੰ ਜਾਣਦਿਆਂ ਹੋਇਆਂ ਪ੍ਰਜਾ ਨੂੰ ਤੇ ਰਾਜਿਆਂ ਨੂੰ, ਰਜਵਾੜਿਆਂ ਨੂੰ ਬਰਾਬਰ ਤੇ ਰੱਖ ਕੇ ਵਚਨ ਕੀਤਾ ਹੈ। ਕਿਉਂ? ਇਹ ਪ੍ਰਜਾ ਜਿਹੜੀ ਹੈ, ਇਹ ਗਿਆਨ ਤੋਂ ਹੀਣੀ ਸੀ, ਅਗਿਆਨਤਾ ਦਾ ਹਨੇਰਾ ਕਰਕੇ ਜ਼ਿੰਦਗੀ ਜਿਉਣ ਵਾਲੀ ਇਹ ਪ੍ਰਜਾ ਨੇ ਹਨੇਰੇ ਵਿੱਚ ਹਨੇਰੇ ਨੂੰ ਹੀ ਭਾਲਿਆ ਤੇ ਹਨੇਰੇ ਵਿੱਚੋਂ ਹੀ ਕੋਈ ਚੋਣ ਕੀਤੀ। ਹਨੇਰੇ ਦੀ ਚੋਣ ਹਨੇਰੇ ਨੇ ਕਰ ਲਈ। ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਲਾਈ। ਕੂੜ ਮੀਨਜ ਝੂਠ, ਕੁਸਤ ਮੀਨਜ ਫਰੇਬ। ਝੂਠੇ ਤੇ ਫਰੇਬੀ ਲੋਕ ਹੈ ਸੰਸਾਰ ਦੇ ਭਾਰਤ ਦੀ ਦੁਰਦਸ਼ਾ ਨੂੰ ਵਰਣਨ ਕੀਤਾ ਭਾਈ ਸਾਹਿਬ ਜੀ ਨੇ। ਝੂਠੇ ਤੇ ਫਰੇਬੀ ਲੋਕਾਂ ਦਾ ਜ਼ਿਆਦਾ ਬੋਲ ਬਾਲਾ ਅੱਜ ਵੀ ਇਸ ਧਰਤੀ ਤੇ ਜਿੱਥੇ ਆਪਾਂ ਬੈਠੇ ਹਾਂ, ਜਿਹਨੂੰ ਭਾਰਤ ਦਾ ਨਾਮ ਦੇ ਕੇ ਦੁਨੀਆ ਤੱਕ ਪੁਕਾਰਿਆ ਗਿਆ ਹੈ, ਇੱਥੇ ਝੂਠੇ ਲੋਕਾਂ ਨੇ, ਫਰੇਬੀ ਲੋਕਾਂ ਨੇ ਆਪਣਾ ਬੋਲ ਬਾਲਾ ਕੀਤਾ। ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ। ਸੱਚ ਦਾ ਬੋਲ ਬਾਲਾ ਇਹਨਾਂ ਝੂਠ ਬੋਲਣ ਵਾਲੇ ਫਰੇਬੀ ਲੋਕਾਂ ਨੇ ਲੋਪ ਕੀਤਾ ਹਨੇਰਾ ਕਰਕੇ, ਅਗਿਆਨਤਾ ਦਾ ਹਨੇਰਾ। ਪ੍ਰਜਾ ਦੀ ਗਿਆਨ ਬਿਨ ਕੂੜ ਕੁਸਤ ਮੁਖੋਂ ਲਾਈ। ਇੱਥੇ ਕੀ ਹੋਇਆ? ਅੱਗੇ ਭਾਈ ਸਾਹਿਬ ਕਹਿੰਦੇ ਨੇ, ਧਰਮ ਦੇ ਨਾਂ ਦੇ ਉੱਤੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ, ਬਹੁਤ ਬਿਦ ਭਾਈ। ਚੇਲੇ ਸਾਜ ਵਜਾਉਂਦੇ ਨੇ ਥਾਂ ਥਾਂ ਤੇ। ਇਹ ਉਦੋਂ ਦੀ ਗੱਲ ਹੈ, ਇਹ ਅੱਜ ਦੀ ਗੱਲ ਹੈ, ਇਹ ਉਦੋਂ ਦੀ ਗੱਲ ਹੈ, ਇਹ ਅੱਜ ਦੀ ਗੱਲ ਹੈ। ਇਹ ਨਹੀਂ ਕਿ ਉਦੋਂ ਸੀ, ਅੱਜ ਨਹੀਂ, ਅੱਜ ਵੀ ਆ ਤੇ ਉਦੋਂ ਵੀ ਸੀ। ਲੰਮੇ ਸਮੇਂ ਤੋਂ ਇਹ ਕਹਾਣੀ ਚੱਲੀ ਆਉਂਦੀ ਹੈ। ਚੇਲੇ ਸਾਜ ਵਜਾਉਂਦੇ, ਤੁਸੀਂ ਜਾ ਕੇ ਦੇਖੋ। ਡੇਰਿਆਂ ਤੇ ਜਾਣ ਵਾਲੇ ਲੋਕ ਪਹਿਲਾਂ ਸਵੇਰੇ ਗੁਰਦੁਆਰੇ ਤੇ ਸ਼ਾਮ ਨੂੰ ਪੀਰ ਦੀ ਮੜੀ ਦੇ ਉੱਤੇ ਜਾਂਦੇ ਨੇ। ਉੱਥੇ ਤੁਸੀਂ ਡੋਲੀਆਂ ਖੇਡਦੀਆਂ ਵੇਖਦੇ ਹੋ। ਉੱਥੇ ਇਹੋ ਕੁਛ ਹੁੰਦਾ ਹੈ ਜਿਹੜਾ ਬਚਨ ਭਾਈ ਸਾਹਿਬ ਜੀ ਨੇ ਕੀਤਾ ਹੈ। ਚੇਲੇ ਸਾਜ ਵਜਾਏਂਦੇ ਨੱਚਣ ਗੁਰੂ, ਬਹੁਤ ਬਿਦ ਭਾਈ। ਤੇ ਅੱਗੇ ਬਚਨ ਸਾਹਿਬ ਦਾ, ਭਾਈ ਸਾਹਿਬ ਦਾ ਬਚਨ ਅੱਗੇ ਹੈ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਆਹ ਵੀ ਗੱਲ ਕਮਾਲ ਦੀ ਹੈ, ਹੈਰਾਨ ਕਰ ਦੇਣ ਵਾਲੀ ਆ, ਅੱਜ ਵੇਖਿਆ ਜਾ ਸਕਦਾ। ਚੇਲੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਢੋਲਕੀਆਂ ਛੈਣੇ ਵਜਾ ਕੇ, ਤੇ ਉਹਨਾਂ ਆਪੇ ਬਣੇ ਗੁਰੂਆਂ ਨੂੰ ਲੋਕੀ ਘਰਾਂ 'ਚ ਲਿਜਾਂਦੇ ਨੇ, ਚਰਨ ਪਵਾਉਂਦੇ ਨੇ। ਐਸਾ ਕਰਮ ਵੇਖਿਆ ਜਾ ਸਕਦਾ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਅੱਜ ਵੇਖੋ ਤੇ ਉਦੋਂ ਵੇਖੋ, ਉਦੋਂ ਵੀ ਸੀ, ਹੁਣ ਵੀ ਹੈ। ਅੱਜ ਵੀ ਵੱਡੀ ਲੈ ਕੇ ਸੱਚ ਨੂੰ ਝੂਠ ਦੇ ਵਿੱਚ ਬਦਲਿਆ ਜਾਂਦਾ ਹੈ, ਪਰ ਝੂਠ ਨੂੰ ਸੱਚ ਦੇ ਨਾਲ ਸ਼ਿੰਗਾਰਿਆ ਜਾਂਦਾ ਕਿ ਅਸਲੀ ਫੈਸਲਾ ਇਹ ਹੈ।
ਇਸ ਲਈ ਫੈਸਲਾ ਇਹ ਹੈ, ਮੁਖ ਝੂਠ ਬਪੂਖਣ ਸਾਰੰਗ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਨੇ, ਮੂੰਹ ਤੋਂ ਝੂਠ ਬੋਲਿਆ ਜਾਂਦਾ ਹੈ, ਸੱਚ ਦੇ ਗਹਿਣੇ ਪਵਾ ਕੇ ਲਿਸ਼ਕਾਇਆ ਜਾਂਦਾ ਹੈ। ਜਿਵੇਂ ਗਹਿਣੇ ਲਿਸ਼ਕਾ ਮਾਰਦੇ ਆ, ਉਹ ਨਿਆਂ ਕਰਨ ਵਾਲੇ ਜਿਹੜੇ ਕਾਜੀ ਸਨ, ਜਿਹੜੇ ਅੱਜ ਜੱਜ ਨੇ, ਜਿਹੜੇ ਅੱਜ ਉੱਚੀਆਂ ਅਹੁਦਿਆਂ ਤੇ ਬੈਠਾ, ਇਹਨਾਂ ਨੂੰ ਸਾਰਿਆਂ ਨੂੰ ਇਸ ਪੰਕਤੀ ਦੇ ਵਿੱਚ ਧਿਆਨ ਨਾਲ ਵੇਖੀਏ ਤੇ ਲੈ ਕੇ ਵੇਖੋ। ਤੁਹਾਡੀ ਨਿਕਲੀ ਹੋਈ ਜੇਬ ਚੋਂ ਮਾਇਆ ਉਹਨਾਂ ਦੀ ਜੇਬ 'ਚ ਜਦੋਂ ਪੈ ਜਾਂਦੀ ਆ, ਤੁਹਾਡੇ ਝੂਠ ਨੂੰ ਬਦਲ ਕੇ ਤੁਹਾਨੂੰ ਸੱਚ ਦਾ ਚਿੱਠਾ ਹੱਥ 'ਚ ਫੜਾਇਆ ਜਾਂਦਾ ਹੈ ਕਿ ਤੂੰ ਪਾਸ ਹੈ ਤੇ ਉਹ ਜਿਹੜਾ ਹੈ ਉਹ ਫੇਲ ਹੈ। ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਕਰ ਦਿੱਤਾ ਜਾਂਦਾ ਅੱਜ ਵੀ। ਤੇ ਉਦੋਂ ਦੀਆਂ ਗੱਲਾਂ ਅੱਜ ਦੇ ਨਾਲ ਬਣਾਈਏ, ਉਦੋਂ ਅੱਜ ਉਦੋਂ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਤਕੜੇ ਦਾ 37ਵੀਂ ਸੌ। ਭਾਈ ਸਾਹਿਬ ਦੇ ਬਚਨ ਹੈ, ਇਸਤਰੀ ਪੁਰਖੇ ਦਾਮ ਹਿਤ ਭਾਵੇ ਆਏ ਕਥਾਉ ਜਾਈ। ਕਿਆ ਬਾਤ ਹੈ। ਇਸ ਵਿਚਾਰ ਵਿੱਚ ਸੰਸਾਰ ਦੇ ਲੋਕਾਂ ਦੀ ਦੁਰਦਸ਼ਾ ਨੂੰ ਬਿਆਨ ਕੀਤਾ ਹੈ। ਧਰਮ ਤੇ ਅਧਰਮ, ਧਰਮ ਤੇ ਪਾਪ ਭਾਵ ਸਭ ਪਾਸੇ ਮਾਇਆ ਹੀ ਮਾਇਆ ਹੈ। ਹਾਂ ਹਾਂ ਕਰਤ ਬਿਹਾਨੀ ਅਵਧ ਹੈ, ਤਾਂ ਮੈਂ ਸੰਤੋਖ ਨਾ ਪਾਇਆ। ਭਾਈ ਸਾਹਿਬ ਜੀ ਦੇ ਬਚਨ ਨੇ ਕਿ ਜਿਹੜੀ ਇਸਤਰੀ ਆ ਉਹ ਆਪਣੇ ਮਰਦ ਨੂੰ ਪਿਆਰ ਨਹੀਂ ਦਿੰਦੀ, ਉਹਦੀ ਇੱਜ਼ਤ ਨਹੀਂ ਕਰਦੀ। ਕੌਣ? ਕਿਹੜੀ ਇਸਤਰੀ? ਜਿਹਨੂੰ ਕੇਵਲ ਮਾਇਆ ਚਾਹੀਦੀ ਹੈ। ਜਿਸ ਪਤੀ ਦੇ ਕੋਲ ਮਾਇਆ ਨਹੀਂ, ਉਹ ਭਾਵੇਂ ਕੋ ਕਰਮ ਕਰਕੇ, ਬੁਰੇ ਕੰਮ ਕਰਕੇ ਮਾਇਆ ਇਕੱਠੀ ਕਰਕੇ ਲਿਆਵੇ। ਉਹ ਲਾਲਚ ਇਸਤਰੀਆਂ, ਲਾਲਚੀ ਪਰਿਵਾਰ ਆਪਣੇ ਮਰਦ ਦੀ ਇੱਜ਼ਤ ਵੀ ਨਹੀਂ ਕਰਦੀਆਂ, ਜਿੰਨਾ ਚਿਰ ਉਹ ਪਾਸਿਓਂ ਮਾਇਆ ਲੈ ਕੇ ਆਪਣੇ ਘਰ ਵਿੱਚ ਨਹੀਂ ਆਉਂਦਾ। ਬਹੁ ਪਰਪੰਚ ਘਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿਆਣ ਲਟਾਵੈ। ਪਰਪੰਚੀ, ਫਰੇਬੀ, ਹੇਰਾ ਫੇਰੀ, ਝੂਠ ਬੋਲ ਕੇ ਮਾਇਆ ਇਕੱਠੀ ਕਰਕੇ ਭਾਵੇਂ ਘਰ ਦਾ ਮਾਲਕ, ਇਸਤਰੀ ਦਾ ਪਤੀ, ਬੱਚਿਆਂ ਦਾ ਬਾਪ ਲਿਆਵੇ, ਜਿਵੇਂ ਮਰਜ਼ੀ ਲਿਆਵੇ, ਉਹਨੂੰ ਘਰ ਚੋਂ ਪਿਆਰ ਤਾਂ ਮਿਲਣਾ। ਇਸਤਰੀ ਪੁਰਖੇ ਦਾਮ ਹਿਤ ਭਾਵੇ ਆਏ ਕਥਾਉ ਜਾਈ। ਇਹ ਸਾਰੇ ਪਾਪ ਕਰਮ ਜਿਹੜੇ ਨੇ ਭਾਈ ਸਾਹਿਬ ਜੀ ਨੇ ਸਾਨੂੰ ਸਿੱਖਾਂ ਨੂੰ ਹੀ ਸੁਣਾਏ ਨੇ, ਸਮਾਜ ਦੇ ਲੋਕਾਂ ਨੂੰ ਹੀ ਸੁਣਾਏ ਨੇ। ਸਮਾਜ ਦੇ ਲੋਕਾਂ ਦੀ ਫੋਟੋ ਖਿੱਚੀ ਹੈ, ਪਿਕਚਰ ਬਣਾਈ ਹੈ, ਵੀਡੀਓ ਬਣਾਈ ਆ ਇਹਨਾਂ ਸ਼ਬਦਾਂ ਦੇ ਰਾਹੀਂ। ਵਰਤਿਆ ਪਾਪ ਸਭ ਸੁਜਗ ਮਾਹੀ, ਸਾਰੇ ਜਗਤ ਦਾ ਹੀ ਇੱਥੇ ਜ਼ਿਕਰ ਕਰ ਦਿੱਤਾ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉੱਚੀ ਸੁਰਤ ਨਾਲ ਮੈਂ ਵੇਖਿਆ, ਬਾਬਾ ਫਰੀਦ ਜੀ ਬਚਨ ਕਰਦੇ ਨੇ। ਇਹ ਮਾਇਆ ਦਾ ਤੰਦੂਰ ਹਰ ਮਨ ਵਿੱਚ ਗਹਿਰਾ ਮੱਚ ਰਿਹਾ ਹੈ, ਬੜੀ ਗਹਿਰਾਈ ਨਾਲ ਮੱਚ ਰਿਹਾ ਹੈ। ਹਰ ਮਨੁੱਖ ਅੱਜ ਮਾਇਆ ਦਾ ਪੁਜਾਰੀ ਹੈ, ਕ੍ਰੀਤੀਆਂ ਨੂੰ ਰੀਤੀਆਂ ਵਿੱਚ ਬਦਲ ਦਿੰਦਾ ਹੈ, ਬੜਾ ਝੂਠ ਬੋਲਣ ਵਾਲਾ ਇਹ ਜਗਤ ਸੰਸਾਰ। ਸਾਨੂੰ ਭਾਈ ਸਾਹਿਬ ਜੀ ਨੇ ਆਪਣੀ ਵਿਚਾਰ ਵਿੱਚ ਵਿਖਾ ਦਿੱਤਾ ਹੈ। ਪੜ੍ਹੀਏ, ਵਿਚਾਰੀਏ, ਵਿਚਾਰ ਕੇ ਫਿਰ ਵਿਚਾਰ ਕਰੀਏ ਤੇ ਫਿਰ ਸਾਡੇ ਜੀਵਨ ਨੂੰ ਵੀ ਇਹ ਬਚਨ ਜਿਹੜੇ ਨੇ ਅਵੇਸਲੇਪਣ ਨੂੰ ਉਠਾਉਂਦੇ ਨੇ, ਜਗਾਉਂਦੇ ਨੇ। ਸਾਡੀ ਖੇਡ ਜਿਹੜੀ ਹੈ ਬਦਲ ਸਕਦੀ ਹੈ। ਤੇ ਇਹਨਾਂ ਅਦਾਲਤਾਂ ਵਿੱਚੋਂ, ਇਹਨਾਂ ਕੋਰਟਾਂ ਵਿੱਚੋਂ, ਇਹਨਾਂ ਸਰਕਾਰਾਂ ਕੋਲੋਂ ਸਾਨੂੰ ਇਨਸਾਫ ਤਾਂ ਮਿਲ ਸਕਦਾ ਹੈ, ਅਸੀਂ ਇਨਸਾਫ ਦੀ ਕਿਰਨ ਤਾਂ ਵੇਖ ਸਕਦੇ ਹਾਂ ਜੇ ਅਸੀਂ ਸਾਰੇ ਹੀ ਆਪਣੇ ਆਪਣੇ ਸੁਭਾਅ ਨੂੰ ਬਦਲ ਲਈਏ, ਐਸੇ ਬਚਨਾਂ ਨੂੰ ਪੜ੍ਹੀਏ ਤੇ ਜੀਵਨ ਵਿੱਚ ਢਾਲੀਏ। ਅਸੀਂ ਦੂਸਰਿਆਂ ਨੂੰ ਦੋਸ਼ ਦੇਣ ਵਾਲੇ ਆਪਣੇ ਵੱਲ ਧਿਆਨ ਨਹੀਂ ਮਾਰਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਅਸੀਂ ਆਪਣੇ ਵੱਲ ਵੇਖੀਏ। ਅਵਰ ਉਪਦੇਸੈ ਆਪ ਨਾ ਕਰੇ, ਅਸੀਂ ਦੂਸਰੇ ਨੂੰ ਕਹਿੰਦੇ ਹਾਂ। ਚੋਣ ਹੱਥੀਂ ਕਰਦੇ ਹਾਂ ਦੇਸ਼ ਦੇ ਰਜਵਾੜਿਆਂ ਦੀ, ਤੇ ਹੱਥੀਂ ਫਿਰ ਅਸੀਂ
ਜੋ ਕਰਤੱਵ ਕਰਦੇ ਹਾਂ ਸਾਨੂੰ ਪਤਾ ਹੈ। ਧਿਆਨ ਦੇਈਏ, ਬਚਨ ਗੁਰੂ ਦੇ ਕਮਾ ਕੇ ਜੀਵਨ ਵਿੱਚ ਲਾਗੂ ਸ਼ੁਰੂ ਕਰੀਏ ਤੇ ਭਾਈ ਸਾਹਿਬ ਜੀ ਦੇ ਪਾਵਨ ਬਚਨ, ਗੁਰੂ ਦੀ ਬਾਣੀ, ਗੁਰੂਆਂ ਦੀ ਬਾਣੀ ਸਾਡੀ ਸਮਝ ਵਿੱਚ ਪੈ ਕੇ ਸਾਨੂੰ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ ਦੀ ਸਮਝ ਪੈ ਸਕਦੀ ਹੈ ਕਿ ਸਾਡੇ ਕਰਮ ਜਿਹੜੇ ਨੇ ਉਹ ਕਿਸ ਤਰ੍ਹਾਂ ਬਦਲ ਸਕਦੇ ਨੇ। ਕਰਮੀ ਹੋਏ ਵਿਚਾਰ, ਸੱਚਾ ਆਪ, ਸੱਚਾ ਦਰਬਾਰ। ਆਉਣ ਵਾਲੇ ਸਮੇਂ ਵਿੱਚ ਆਪਾਂ ਅੱਗੇ ਵਿਚਾਰ ਕਰਾਂਗੇ ਕਿ ਸਾਡੇ ਜਿਹੜੇ ਮਾੜੇ ਕਰਮਾਂ ਦਾ ਅਸੀਂ ਢੰਡੋਰਾ ਪਿੱਟਦੇ ਹਾਂ, ਮਾੜੇ ਕਰਮਾਂ ਦਾ ਬੀਜ ਵੀ ਅਸੀਂ ਤਾਂ ਬੀਜਦੇ ਹਾਂ, ਉਹਨਾਂ ਮਾੜੇ ਕਰਮਾਂ ਦਾ ਬੀਜਿਆ ਹੋਇਆ ਬੀਜ ਸਾਡੇ ਜੀਵਨ ਵਿੱਚ ਬੋੜ ਵਾਂਗੂ ਬੁਰਾ ਕਰਮ ਪ੍ਰਫੁੱਲਤ ਹੁੰਦਾ ਹੈ ਤੇ ਫਿਰ ਨਾਲੇ ਜਿਉਂ-ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ, ਸਾਡੀ ਦਸ਼ਾ ਇਹ ਬਣ ਜਾਂਦੀ ਹੈ। ਬੇਅੰਤ ਭੁੱਲਾਂ ਦੀ ਮਾਫੀ, ਪਿਆਰ ਨਾਲ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।